Waheguru Ji Ka Khalsa, Waheguru Ji Ki Fateh. Welcome to our weekly discussion show. My name is Hardeep Singh, and today we are meeting another special guest who's actually all the way from America, who lives in San Francisco, California. His name is Mr. Jagdev Singh, and he is the CEO and founder of investment firm which is called PNJ5. Mr. Jagdev Singh Ji, Waheguru Ji Ka Khalsa, Waheguru Ji Ki Fateh. Waheguru Ji Ka Khalsa, Waheguru Ji Ki Fateh. A warm welcome to you to our UK Ilford studio. Thank you. With Sikh channel. And ਪਹਿਲੀ ਗੱਲ ਤੁਸੀਂ ਆਪਾਂ ਨੂੰ ਦੱਸੋ how is the weather out there in San Francisco? How are things back in America? It's cold and foggy. Okay. But ਬੜਾ ਵਧੀਆ ਮੌਸਮ ਹੈ ਉੱਥੇ ਹੁਣ। ਹਾਂਜੀ ਔਰ ਇੱਥੇ ਵੀ ਐਕਚੁਅਲੀ ਆ ਕੇ ਕੋਈ ਨਾ ਫਰਕ ਨਹੀਂ ਲੱਗਿਆ। ਹਾਂਜੀ ਪਰ ਤੁਹਾਡੇ ਠੰਡ ਹੈ, ਪਰ ਸਾਡੇ ਥੋੜਾ ਜ਼ਿਆਦਾ ਚੱਲ ਰਿਹਾ ਹੈ, ਫੌਗੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਕਾਫੀ। ਓਕੇ ਠੀਕ ਹੈ ਜੀ। ਤੇ ਮਿਸਟਰ ਜਗਦੇਵ ਸਿੰਘ ਜੀ ਨੇ ਕੰਪਨੀ he set up a company and he's the founder of PNJ5 ਤੇ ਮਿਸਟਰ ਜਗਦੇਵ ਸਿੰਘ ਜੀ ਤੁਸੀਂ ਆਪਣੀ ਦਰਸ਼ਕਾਂ ਨੂੰ थोड़ी इन्फॉर्मेशन दो कि what is the company, how did you start, किद्दां एक शुरू होया ते ਇਹ ਫਰਮ ਦੇ ਬਾਰੇ ਥੋੜੀ ਜਾਣਕਾਰੀ ਦਿਓ। ਮੈਂ ਪਿਛਲੇ 14 ਸਾਲ ਤੋਂ ਰੀਅਲ ਏਸਟੇਟ ਬਿਜ਼ਨਸ ਦੇ ਵਿੱਚ ਹਾਂ। ਹਾਂਜੀ ਅਸੀਂ ਪ੍ਰੋਪਰਟੀਜ਼ ਬਾਏ ਕਰਕੇ ਉਹਨਾਂ ਨੂੰ ਰੈਨੋਵੇਟ ਕਰਕੇ ਵੇਚਦੇ ਹਾਂ। ਓਕੇ ਜੀ। ਤੇ ਉਸ ਤੋਂ ਬਾਅਦ ਹੌਲੀ ਕਰਦੇ ਇਸ ਤਰ੍ਹਾਂ ਚੱਲਦਾ ਗਿਆ, ਐਕਸਪੈਂਡ ਕਰਦੇ ਗਏ। ਉਸ ਤੋਂ ਬਾਅਦ ਹੁਣ ਕਮਰਸ਼ੀਅਲ ਬਿਲਡਿੰਗਸ ਨੂੰ ਵੀ ਅਸੀਂ ਬਣਾ ਕੇ ਵੇਚਦੇ ਹਾਂ। ਅੱਛਾ। ਸੋ ਉਹਦੇ ਲਈ ਹੁਣ ਕੀ ਕਰ ਰਹੇ ਹਾਂ ਕਿ ਰੀਸੈਂਟਲੀ EB5 ਜਿਹੜਾ ਇੰਪਲੋਇਮੈਂਟ ਬੇਸ ਇਨਵੈਸਟਮੈਂਟ ਵੀਜ਼ਾ ਹੈ, ਅੱਛਾ, ਉਹਦੀ ਕਾਫੀ ਡਿਮਾਂਡ ਹੈ UK ਦੇ ਵਿੱਚ, ਇੰਡੀਆ ਦੇ ਵਿੱਚ, ਬ੍ਰਾਜ਼ੀਲ, ਵੀਅਤਨਾਮ ਦੇ ਵਿੱਚ। ਓਕੇ। ਸੋ ਉਸ ਨੂੰ ਲੈ ਕੇ ਅਸੀਂ ਦੁਨੀਆ ਭਰ ਦੇ ਵਿੱਚ ਜਿਹੜੇ ਇਨਵੈਸਟਰ ਨੇ ਉਹਨਾਂ ਨਾਲ ਕੰਮ ਕਰ ਰਹੇ ਹਾਂ। ਅਤੇ ਉਹ ਜਿਹੜੀ PNJ5 ਕੰਪਨੀ ਅਸੀਂ ਫਾਰਮ ਕੀਤੀ ਹੈ, ਉਹ EB5 ਰਿਲੇਟਡ ਜਿਹੜੀ ਇਨਵੈਸਟਮੈਂਟ ਨੇ ਉਸ ਨੂੰ ਹੈਂਡਲ ਕਰਦੀ ਹੈ। ਅਤੇ ਉਹ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੈ। ਓਕੇ। ਔਰ ਪਿਛਲੇ 14 ਸਾਲ ਤੋਂ ਮੈਂ ਆਪਟੀਮਲ ਐਸੋਸੀਏਟ ਕੰਪਨੀ ਚਲਾ ਰਿਹਾ। ਅੱਛਾ ਜੀ। ਜਿਹੜੀ ਅਸੀਂ ਪ੍ਰੋਪਰਟੀਜ਼ ਲੈ ਕੇ ਬਿਲਡ ਕਰਕੇ ਰੈਨੋਵੇਟ ਕਰਕੇ ਵੇਚਦੇ ਹਾਂ। ਵਾਹ, ਦੈਟਸ ਰੀਲੀ ਗੁੱਡ। ਉਹ ਤਾਂ ਬਹੁਤ ਵਧੀਆ ਗੱਲ ਹੈ। ਅਮਰੀਕਾ ਜਿੱਦਾਂ ਹੁਣ ਇਜ਼ ਰੀਅਲੀ ਡਿਵੈਲਪਿੰਗ ਕੰਟਰੀ, ਜਿੱਦਾਂ ਉੱਥੇ ਇੰਨੇ ਵੱਡੇ ਹੋਟਲਸ ਹੈਗੇ ਹਨ। ਹੁਣ ਜਿਹੜੀ ਤੁਸੀਂ ਇਸ ਵੀਜ਼ਾ ਦੇ ਬਾਰੇ ਗੱਲ ਕੀਤੀ ਹੈਗੀ ਹੈ, ਵਿਚ ਇਜ਼ EB5 ਵੀਜ਼ਾ, ਇਹ ਕਿਹਨਾਂ ਵਾਸਤੇ ਬੈਨੀਫਿਟ ਹੁੰਦਾ ਹੈਗਾ? ਇਜ਼ ਇਟ ਕਿ ਕੋਈ ਵੀ ਈਵਨ ਜੇ ਕੋਈ ਇੰਡੀਆ 'ਚ ਰਹਿੰਦਾ ਹੈਗਾ ਜਿਨ੍ਹਾਂ ਕੋਲ ਸੇ ਜੇ ਕੋਈ UK ਵਿੱਚ ਵੀ ਲੈ ਸਕਦੇ ਵੀਜ਼ਾ ਟੂ ਗੈਟ ਟੂ ਦੀ ਅਮਰੀਕਾ ਇਨਵੈਸਟਮੈਂਟ ਵੀਜ਼ਾ, ਤਾਂ ਕਿਹਨਾਂ ਵਾਸਤੇ ਹੈਗਾ ਇਹ ਐਕਚੁਅਲੀ? EB5 ਸਟੈਂਡਸ ਫॉर ਇੰਪਲੋਇਮੈਂਟ ਬੇਸ ਇਨਵੈਸਟਮੈਂਟ ਵੀਜ਼ਾ। ਓਕੇ। ਇਹ ਜਿਹੜੀ USCIS ਦੀ ਗਾਈਡਲਾਈਨਸ ਹੈ, ਉਹਦੇ ਮੁਤਾਬਕ if any foreign investors invest $500,000 in new commercial entity, okay, and create 10 full-time jobs for US workers, can qualify for green card. Okay. So EB5 ਕੋਈ ਵੀ ਕਿਤੋਂ ਵੀ ਅਪਲਾਈ ਕਰ ਸਕਦਾ ਹੈ। ਰਾਈਟ। ਔਰ ਉਹਨੂੰ ਪੂਰੇ ਪਰਿਵਾਰ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ। ਹਾਂਜੀ। ਪਰ ਜਿਹੜਾ EB5 ਦੀ ਜਿਹੜੀ ਫੰਡਿੰਗ ਹੈ, ਜਿਹੜੀ ਕੈਪੀਟਲ ਹੈ, ਉਹਦਾ ਸੋਰਸ ਅਵੇਲੇਬਲ ਹੋਣਾ ਚਾਹੀਦਾ ਹੈ। ਰਾਈਟ। ਯੂ ਹੈਵ ਟੂ ਹੈਵ ਅ ਟ੍ਰੇਲ ਆਫ ਮਨੀ। ਓਕੇ। ਸੋ ਜਿੱਥੋਂ ਵੀ ਤੁਸੀਂ ਪੈਸਾ ਲੈ ਕੇ ਆ ਰਹੇ ਹੋ, $500,000, ਹਾਂਜੀ, ਉਹਦਾ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ, ਪ੍ਰੋਪਰ ਪ੍ਰੂਫ ਹੋਣੀ ਚਾਹੀਦੀ, ਪ੍ਰੂਫ ਆਫ ਫੰਡ ਹੋਣਾ ਚਾਹੀਦਾ। ਓਕੇ। ਸੋ EB5 ਇਨਵੈਸਟਰ UK ਤੋਂ ਅਪਲਾਈ ਕੀਤਾ ਜਾ ਸਕਦਾ ਹੈ, ਇੰਡੀਆ ਤੋਂ ਕੀਤਾ ਜਾ ਸਕਦਾ ਹੈ, ਵੀਅਤਨਾਮ, ਬ੍ਰਾਜ਼ੀਲ, ਕਿਤੋਂ ਵੀ ਕੀਤਾ ਜਾ ਸਕਦਾ। ਓਕੇ। ਅਤੇ ਜਿੱਦਾਂ ਹੁਣ ਕੋਈ ਫੈਮਿਲੀ ਮੈਂਬਰ ਜਿੱਦਾਂ ਕੋਈ ਕਰਦਾ ਹੈਗਾ ਅਪਲਾਈ, ਸੋ ਉਹਨਾਂ ਦੇ ਕੋਈ ਫੈਮਿਲੀ ਨੂੰ ਵੀ ਬੈਨੀਫਿਟਸ ਹੁੰਦੀ ਹੈਗੀ ਹੈ ਜੇ ਜਿੱਦਾਂ ਹੁਣ ਜੇ ਕੋਈ ਇੰਡੀਆ ਵਿੱਚ ਫੋਰ ਐਗਜ਼ਾਮਪਲ ਵਿੱਚ ਕੋਈ ਹੈਗਾ ਬੰਦਾ ਜੇ ਉਹਨਾਂ ਨੇ ਅਪਲਾਈ ਕੀਤੀ, ਸੋ ਇਜ਼ ਇਟ ਦੈਟ ਸਮਥਿੰਗ ਦੈਟ ਹੀ ਵਿਲ ਓਨਲੀ ਗੈਟ ਉਹਨੂੰ ਗ੍ਰੀਨ ਕਾਰਡ ਮਿਲਦਾ ਕਿ ਜੇ ਉਹਦੀ ਫੈਮਿਲੀ ਨੂੰ ਵੀ ਸਪੋਰਟ? ਨਹੀਂ, ਇਸ ਤਰ੍ਹਾਂ ਹੈ ਕਿ ਜਿਹੜਾ ਇਨਵੈਸਟਰ ਅਪਲਾਈ ਕਰ ਰਿਹਾ ਹੈ, ਹਾਂਜੀ, ਉਹ ਇਨਵੈਸਟਰ, ਉਸ ਦੀ ਸਪਾਊਸ, ਓਕੇ, ਔਰ ਕੋਈ ਵੀ ਬੱਚਾ ਅਨਮੈਰਿਡ ਜਿਹੜਾ 21 ਸਾਲ ਤੋਂ ਘੱਟ, ਓਕੇ, ਉਹਨਾਂ ਸਾਰਿਆਂ ਨੂੰ ਗ੍ਰੀਨ ਕਾਰਡ ਮਿਲੇਗਾ। ਠੀਕ ਹੈ ਜੀ। ਹਾਂਜੀ। ਅਤੇ ਜਿੱਦਾਂ ਹੁਣ ਲਾਈਕ ਯੂ ਸੈਡ ਕਿ ਜਿਹੜਾ ਦਿਸ ਇਜ਼ ਦੀ ਕੈਟੇਗਰੀ 5 ਵੀਜ਼ਾ ਵਿਚ ਇਜ਼ ਅਗੇਨ EB5 ਵੀਜ਼ਾ, ਅਤੇ ਇਹਦੇ ਕਿਹੜੇ ਐਡਵਾਂਟੇਜਸ ਹੈਗੇ ਜਿੱਦਾਂ ਹੁਣ ਤੁਸੀਂ ਕਿਹਾ ਕਿ ਜਿਹਨੇ ਦੀ ਮਿਨੀਮਮ ਅਮਾਊਂਟ ਇਜ਼ $500,000 $500,000 ਅਤੇ
ਇਹਦੇ ਕੀ advantages ਹੈ? One is that you will get a green card, ਬਿਲਕੁਲ, and then ਉੱਥੇ ਤੁਸੀਂ can you work like ਬਿਲਕੁਲ ਬਿਲਕੁਲ ਜੀ। ਐਕਚੁਅਲੀ ਕਿਉਂ EB5 ਇੰਨਾ ਪਪੂਲਰ ਹੈ ਹੁਣ, ਕਿਉਂਕਿ you know all high net worth individuals, they all want to have a second passport now, right? Okay. ਔਰ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ US passport ਦੀ ਪਾਵਰ ਜਿਹੜੀ ਹੈ ਐਕਚੁਅਲੀ ਕਾਫੀ ਮੰਨੀ ਜਾਂਦੀ ਹੈ। ਤੁਸੀਂ ਬੜੇ frequently 162 countries without visa travel ਕਰ ਸਕਦੇ ਹੋ। ਬਿਲਕੁਲ, ਹਾਂਜੀ। ਔਰ ਜਿਹੜਾ ਜਦੋਂ EB5 ਇਨਵੈਸਟਰ ਪਟੀਸ਼ਨ ਅਪਰੂਵ ਹੋ ਜਾਂਦੀ ਹੈ, ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ, ਤੁਸੀਂ ਉੱਥੇ ਬਿਜ਼ਨਸ ਕਰ ਸਕਦੇ ਹੋ, ਉੱਥੇ ਰਹਿ ਸਕਦੇ ਹੋ, ਕਿਤੇ ਵੀ US ਦੇ ਵਿੱਚ ਰਹਿ ਸਕਦੇ ਹੋ, ਆਪਣੇ ਬੱਚੇ ਉੱਥੇ ਪੜ੍ਹਾ ਸਕਦੇ ਹੋ। ਸਿਟੀਜ਼ਨਸ਼ਿਪ ਲੈਣੀ ਹੈ ਜਾਂ ਨਹੀਂ ਲੈਣੀ ਉਹ ਤੁਹਾਡੀ ਮਰਜ਼ੀ ਹੈ, ਰਾਈਟ? ਗ੍ਰੀਨ ਕਾਰਡ ਹਰ 10 ਸਾਲ ਬਾਅਦ ਐਕਸਟੈਂਡ ਹੁੰਦਾ ਰਹਿੰਦਾ ਹੈ, ਤੁਸੀਂ ਬਿਨਾਂ ਵੀਜ਼ਾ ਤੋਂ ਜਿੱਥੇ ਮਰਜ਼ੀ ਟਰੈਵਲ ਕਰ ਸਕਦੇ ਹੋ। ਹਾਂਜੀ। ਸੋ ਇਹ ਇੱਕ ਤਰ੍ਹਾਂ ਦੇ ਬੈਨੀਫਿਟ ਨੇ ਹੈਗੇ ਨੇ EB5 ਵੀਜ਼ਾ ਦੇ। ਤੁਹਾਨੂੰ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਮਿਲਦਾ ਹੈ, ਐਂਡ ਦੈਨ ਤੁਸੀਂ ਯੂ ਕੈਨ ਐਕਚੁਅਲੀ ਯੂ ਆਰ ਪਰਮਨੈਂਟ ਰੈਜ਼ੀਡੈਂਟ ਦੇਅਰ। ਪਰਮਨੈਂਟ ਰੈਜ਼ੀਡੈਂਟ ਹੈ, ਓਕੇ। ਯੈਪ ਯੈਪ, that's really good। ਤੇ ਜੇ ਤੁਸੀਂ ਜ਼ਿਆਦਾ ਜੇ ਜਾਣਕਾਰੀ ਵਾਸਤੇ ਜੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਕਿ about to know more about this particular visa, which is EB5 visa, ਤਾਂ ਤੁਸੀਂ ਥੱਲੇ ਇਨਫੋਰਮੇਸ਼ਨ ਦੇਖ ਸਕਦੇ ਹੋ। ਤੁਹਾਡਾ contact number, you have your email address, and also you have a website। ਅਤੇ ਸਾਰੀ ਤੁਹਾਨੂੰ ਜਾਣਕਾਰੀਆਂ ਮਿਲ ਸਕਦੀਆਂ ਹੈਗੀਆਂ ਤੇ ਤੁਸੀਂ free consultation ਵਾਸਤੇ, or if you have any queries, any further questions, you can definitely contact Mr. Jagdev Singh and the team. They're all based in San Francisco, California। So coming back to question, so ਹੁਣ ਜਿਹੜੇ projects ਚੱਲਦੇ ਪਏ ਹੈਗੇ ਆ PNJ, which is the company under the EB5 visa, ਉਹ ਕਿਹੜੇ projects ਚੱਲਦੇ ਪਏ ਹੈਗੇ ਆ? ਜਿੱਦਾਂ ਹੁਣ ਕਿਸੇ ਨੇ ਇਨਵੈਸਟਮੈਂਟ ਕਰਨੀ ਹੈਗੀ ਤੇ what sort of projects are actually running? ਐਕਚੁਅਲੀ ਦੋ ਰਸਤੇ ਨੇ ਐਕਚੁਅਲੀ। ਇੱਕ ਤਾਂ ਜਿਸ ਤਰ੍ਹਾਂ ਕੋਈ ਐਂਟਰਪ੍ਰੇਨਿਓਰ ਇਸ ਤਰ੍ਹਾਂ ਇੱਥੇ ਹੈਗਾ ਹੈ ਔਰ ਉਹ ਕਹਿ ਰਿਹਾ ਕਿ ਮੈਂ ਡਾਇਰੈਕਟਲੀ ਖੁਦ ਮੈਨੇਜ ਕਰ ਸਕਦਾ ਉੱਥੇ ਕੋਈ ਹੋਟਲ ਖੋਲ੍ਹ ਕੇ, ਗੈਸ ਸਟੇਸ਼ਨ ਖੋਲ੍ਹ ਕੇ ਜਾਂ ਸਬਵੇ ਖੋਲ੍ਹ ਕੇ ਮੈਂ 10 ਜੋਬ ਕ੍ਰੀਏਟ ਕਰ ਲਵਾਂਗਾ ਔਰ ਮੈਂ ਖੁਦ ਕਰ ਸਕਦਾ। ਇੱਕ ਤਾਂ ਉਹ ਰਸਤਾ ਹੈ ਕਿ ਆਦਮੀ ਸਿੱਧਾ ਹੀ ਕਰ ਸਕਦਾ। So it will create more jobs as well for other local people, right? Yes, yes. That's actually the main aim ਹੀ ਇਸ ਪ੍ਰੋਗਰਾਮ ਦਾ ਹੀ ਹੈ ਕਿ US ਇਕੋਨਮੀ ਨੂੰ ਕਿਸ ਤਰ੍ਹਾਂ ਬੂਸਟ ਕਰਨਾ ਹੈ। Okay. ਸੋ ਦੂਸਰਾ ਹੈਗਾ ਕਿ ਰੀਜਨਲ ਸੈਂਟਰ ਦੇ ਥਰੂ ਜੋ ਅਸੀਂ ਕਰ ਰਹੇ ਹਾਂ ਉੱਥੇ ਹੋਰ ਵੀ ਡਿਵੈਲਪਮੈਂਟ ਪ੍ਰੋਜੈਕਟ ਚੱਲ ਰਹੇ ਨੇ, ਪਰ ਸਾਡਾ ਜਿਹੜਾ ਅਸੀਂ ਹਾਇਤ ਸੈਂਟਰਿਕ ਬਣਾ ਰਹੇ ਹਾਂ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ। ਓਕੇ। ਅਸੀਂ 172 ਰੂਮ ਹੋਟਲ, ਵੈਰੀ ਅਪਸਕੇਲ, ਸਾਡੀ ਬਹੁਤ ਵਧੀਆ ਲੋਕੇਸ਼ਨ ਹੈ ਡਾਊਨਟਾਊਨ ਦੇ ਵਿੱਚ, ਔਰ ਇੱਕ ਅਰੀਨਾ ਬਣਿਆ ਹੋਇਆ ਹੈ, 골ਡਨ ਗੇਟ 1 ਅਰੀਨਾ। ਓਕੇ। ਜਿਹੜਾ ਜਿੱਥੇ ਵਾਰੀਅਰਸ ਸੁਣਿਆ ਸੀ, ਵਾਰੀਅਰ ਬਾਸਕਟਬਾਲ ਗੇਮ ਹੈ ਜਿਹੜੀ, ਹਾਂਜੀ ਬਿਲਕੁਲ, ਜਾਂ ਕਿੰਗਸ ਜਿਹੜੇ ਨੇ ਉੱਥੇ ਉਹ ਗੇਮਸ ਹੁੰਦੀਆਂ ਨੇ ਉਹਦੀਆਂ। ਓਕੇ। ਅਸੀਂ ਉਹ ਲਿਟਰਲੀ ਉਸ ਅਰੀਨਾ ਦੇ ਨਾਲ ਵਾਲ ਸ਼ੇਅਰ ਕਰਦੇ ਹਾਂ ਆਪਣੇ ਹੋਟਲ ਦੀ। ਓ ਵਾਓ, ਕਿ ਇਸ ਤਰ੍ਹਾਂ ਇੰਨੀ ਵਧੀਆ ਲੋਕੇਸ਼ਨ ਹੈ। ਔਰ ਇਹ ਅਸੀਂ 172 ਰੂਮ ਦਾ ਹਾਇਤ ਜੋ ਬਣ ਕੇ ਅਗਸਤ 2020 ਦੇ ਵਿੱਚ ਆਪਰੇਸ਼ਨਲ ਹੋ ਜਾਵੇਗਾ। ਅਸੀਂ ਉਹਦੇ ਲਈ EB5 ਇਨਵੈਸਟਮੈਂਟ ਜਿਹੜੀ ਹੈ ਉਹ EB5 ਕੈਪੀਟਲ ਰੇਜ਼ ਕਰ ਰਹੇ ਹਾਂ UK ਵਿੱਚੋਂ, ਇੰਡੀਆ ਵਿੱਚੋਂ ਔਰ ਵੀਅਤਨਾਮ ਅਤੇ ਬ੍ਰਾਜ਼ੀਲ ਵਿੱਚੋਂ। ਓਕੇ। ਤੇ ਜਿੱਦਾਂ ਹੁਣ ਮੋਰ ਲਾਈਕਲੀ ਜਿੱਦਾਂ ਇਜ਼ ਐਨ ਇਨਵੈਸਟਮੈਂਟ ਮੈਨੇਜਮੈਂਟ ਫਰਮ, ਜਿੱਦਾਂ ਹੁਣ NBA is very famous, ਉੱਥੇ ਲੋਕੀ they just want to see these, and especially ਜਦੋਂ ਵੱਡੇ ਗੇਮਸ ਹੁੰਦੇ ਹੈਗੇ they just the tickets just goes like that and they want to ਨਾਲ ਇਹ ਬਹੁਤ ਵਧੀਆ ਗੱਲ ਹੈਗੀ ਹੈ ਕਿ ਇਟਸ ਐਕਚੁਅਲੀ ਸ਼ੇਅਰਿੰਗ ਅ ਵੈਰੀ ਫੈਂਟੈਸਟਿਕ ਵੈਨਿਊ ਜਿਹਦੇ ਨਾਲ ਹੈਗਾ ਸਪੋਰਟਸ ਦੇ। ਤੇ ਸੋ what motivated you to get into the investment firm? ਤੁਸੀਂ ਜਿੱਦਾਂ ਹੁਣ you've been working, you founded this company, so ਤੁਹਾਨੂੰ ਕਿੱਦਾਂ ਮਤਲਬ ਇਹਦਾ ਮੋਟੀਵੇਸ਼ਨ ਕਿੱਥੋਂ ਮਿਲੀ ਤੇ ਕਿੱਦਾਂ ਆਪਣੇ ਸੋਚਿਆ ਕਿ this is definitely ਇਹ ਬਹੁਤ ਵਧੀਆ ਗੱਲ ਹੈਗੀ ਹੈ ਜੇ ਅਸੀਂ ਦੇਖੀਏ ਕਿ ਐਮਪਲੋਇਮੈਂਟ ਲੋਕਾਂ ਅੱਗੇ ਜਾ ਕੇ ਕ੍ਰੀਏਟ ਕਰਨੀ ਲੋਕਾਂ ਵਾਸਤੇ, ਐਂਡ ਇੱਕ ਬਿਜ਼ਨਸਮੈਨ, ਇੱਕ ਐਂਟਰਪ੍ਰੀਨਰਸ਼ਿਪ ਦਾ ਇਹੀ ਏਮ ਹੁੰਦਾ ਹੈਗਾ, ਇੱਕ ਤਾਂ ਸੋਸਾਇਟੀ ਵਾਸਤੇ ਵੀ ਕੁਝ ਕਰਨ, ਪਲੱਸ ਯੂ ਕ੍ਰੀਏਟਿੰਗ ਲੋਟ ਆਫ ਜੌਬ। ਸੋ ਵਾਟ ਮੋਟੀਵੇਟਡ ਯੂ ਟੂ ਗੈਟ ਇਨਟੂ ਇਟ? 14 ਸਾਲ ਤੋਂ ਰੀਅਲ ਸਟੇਟ ਦੇ ਵਿੱਚ ਹੈਗੇ ਆ, ਰਾਈਟ? ਹਾਂਜੀ ਹਾਂਜੀ। ਰੀਅਲ ਸਟੇਟ ਦੇ ਵਿੱਚ ਇਸ ਤਰ੍ਹਾਂ ਗਏ ਕਿ ਇੱਕ ਤਰ੍ਹਾਂ ਨਾਲ ਬਿਲਡ ਕਰਨ ਦਾ ਔਰ ਨਵਾਂ ਬਣਾਉਣ ਦਾ ਸ਼ੌਂਕ ਹੈ, ਰਾਈਟ? ਜਦੋਂ ਪੁਰਾਣੇ ਘਰ ਲੈ ਕੇ ਉਹਨਾਂ ਨੂੰ ਰੈਨੋਵੇਟ ਕਰਕੇ ਫਿਰ ਵੇਚਣਾ, ਜਿਸ ਤਰ੍ਹਾਂ ਉਹ ਫੈਮਲੀਜ਼ ਨੂੰ ਦੇਣੇ ਘਰ, ਰਾਈਟ? ਹਾਂਜੀ। ਸੋ ਉੱਥੋਂ ਵੱਧਦੇ ਫਿਰ ਜਦੋਂ ਇਨਵੈਸਟਮੈਂਟ ਫਰਮ ਦੇ ਵਿੱਚ ਆਏ ਔਰ ਫਿਰ ਇਹ ਪਤਾ ਲੱਗਿਆ ਕਿ ਜਿਹੜਾ ਸਾਡਾ ਪੈਸ਼ਨ ਹੈ
ਇਹਨੂੰ ਅਗਰ ਹੋਰ ਵਧੀਆ ਪ੍ਰੋਫੈਸ਼ਨ ਬਣ ਸਕਦਾ ਹੈ, ਕਿਉਂਕਿ ਲੋਕਾਂ ਨੂੰ ਕੀ ਚਾਹੀਦਾ ਹੈ, ਇਨਵੈਸਟਰ ਨੂੰ ਉਹਨਾਂ ਨੂੰ ਚਾਹੀਦੀ ਹੈ ਟਰੁੱਥ ਔਰ ਟਰਾਂਸਪੇਰੈਂਸੀ। ਬਿਲਕੁਲ, ਜੇ ਤੁਸੀਂ ਟਰੁੱਥ ਐਂਡ ਟਰਾਂਸਪੇਰੈਂਸੀ ਨਾਲ ਕਿਸੇ ਨਾਲ ਕੰਮ ਕਰਦੇ ਜਾਓ, ਹਾਂਜੀ, ਤੁਸੀਂ ਇਹ ਜਿਹੜੀ ਕੋਈ ਵੀ ਜਿਹੜੀ ਚੀਜ਼ ਹੈ ਨਾ, ਕਿੱਡੀ ਵੀ ਵੱਡੀ ਹੈ, ਉਹਨੂੰ ਤੁਸੀਂ ਅਚੀਵ ਕਰ ਸਕਦੇ ਹੋ। ਬਿਲਕੁਲ। ਸੋ ਹੌਲੀ ਹੌਲੀ ਅਸੀਂ 14 ਸਾਲ ਤੋਂ ਇਨਵੈਸਟਰ ਦਾ ਜਿਹੜਾ ਟਰੁੱਥ ਜਿਹੜਾ ਹੈ ਨਾ, ਜਿਹੜਾ ਟਰਸਟ ਹੈ, ਉਹ ਟਰੁੱਥ ਰਾਹੀਂ ਗੇਨ ਕੀਤਾ ਸਾਰਾ। ਬਿਲਕੁਲ। ਔਰ ਪਿਛਲੇ 14-15 ਸਾਲ ਤੋਂ ਜਿੰਨੇ ਇਨਵੈਸਟਰ ਸਾਡੇ ਨਾਲ ਕੰਮ ਕਰ ਰਹੇ ਨੇ, ਉਹ ਸਾਰੇ ਦੇ ਸਾਰੇ ਅਜੇ ਨਾਲ ਕੰਮ ਕਰ ਰਹੇ ਨੇ। ਜਿੰਨੇ EMPLOYEE ਮੇਰੇ ਨਾਲ ਕੰਮ ਕਰ ਰਹੇ ਨੇ, ਉਹ ਸਾਰੇ ਸਾਡੇ ਨਾਲ ਕੰਮ ਕਰ ਰਹੇ ਨੇ। ਸੋ ਫਿਰ ਉਸ ਤੋਂ ਕਰਦੇ ਕਰਦੇ ਹੁਣ ਇਹ ਜਦੋਂ ਇਨਵੈਸਟਮੈਂਟ ਫਰਮ ਬਣ ਗਈ ਹੈ ਹੁਣ, ਔਰ ਸਾਡੇ ਕੋਲ ਬਹੁਤ ਸਾਰੇ ਇਨਵੈਸਟਰ ਉੱਥੋਂ ਐਕਚੁਅਲੀ USA ਦੇ ਵਿੱਚੋਂ ਵੀ ਹੈਗੇ ਨੇ ਕਿ ਜਿਹੜੇ ਇਨਵੈਸਟ ਕਰ ਰਹੇ ਨੇ ਇਸ ਹੋਟਲ ਦੇ ਵਿੱਚ। ਪਰ ਜਦੋਂ ਇਹ ਵੇਖਿਆ ਕਿ EB5 ਇੱਕ ਐਸੀ ਆਪਸ਼ਨ ਹੈਗੀ ਹੈ ਕਿ ਡਿਮਾਂਡ ਹੈ UK ਵਿੱਚ ਵੀ ਹੈ, ਇੰਡੀਆ ਵਿੱਚ ਵੀ ਹੈ, ਤਾਂ ਫਿਰ ਕਿਹਾ ਵੀ ਕਿਉਂ ਨਾ ਐਕਸਪਲੋਰ ਕੀਤਾ ਜਾਵੇ ਉੱਥੇ ਵੀ ਜਾ ਕੇ। ਬਿਲਕੁਲ। ਸੋ ਇੱਥੋਂ ਇਹਨਾਂ ਬੰਦਿਆਂ ਨੂੰ ਉਹਦੇ ਵਿੱਚ ਇਨਵੈਸਟ ਕਰਨ ਲਈ ਪਾਇਆ ਗਿਆ ਹੈ। ਅਤੇ ਇਨਵੈਸਟਮੈਂਟ ਫਾਈਨੈਂਸ ਦੇ ਵਿੱਚ ਇਸ ਤਰ੍ਹਾਂ ਆ ਗਏ ਕਿ ਪਹਿਲਾਂ ਘਰ ਬਣਾਉਂਦੇ ਇਕੱਠੇ ਕਰਦੇ ਪੈਸੇ, ਲੋਕਾਂ ਨਾਲ ਕੰਮ ਕਰਦੇ ਕਰਦੇ ਇੰਨਾ ਕੌਨਫੀਡੈਂਟ ਹੋ ਗਿਆ ਕਿ ਜੇ ਤੁਸੀਂ ਸੱਚੇ ਹੋ ਕੇ ਕੰਮ ਕਰੀ ਚੱਲੋ। ਪਰ ਅੱਗੇ ਫਿਰ ਇਸ ਲਈ ਹੁਣ ਐਡਾ ਵੱਡਾ ਪ੍ਰੋਜੈਕਟ ਹਾਇਤ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ, ਔਰ ਟਰੁੱਥ ਦੇ ਬੇਸ 'ਤੇ ਹੀ ਇੰਨੇ ਲੋਕ ਸਾਡੇ ਨਾਲ ਜੁੜ ਰਹੇ ਨੇ। ਬਿਲਕੁਲ ਜੀ, ਬਿਲਕੁਲ। ਇਹ ਤਾਂ ਬਿਜ਼ਨਸਿਸ ਜਿੱਦਾਂ ਹੁਣ ਤੁਸੀਂ ਜਿੱਦਾਂ ਕਿਹਾ ਕਿ ਸੱਚਾਈ ਦਾ ਜੇ ਰਸਤਾ ਅਸੀਂ ਚੁਣੀਏ ਅਤੇ ਆਪਾਂ ਨੂੰ ਵੈਸੇ ਈਵਨ ਇਨ ਬਿਜ਼ਨਸ ਜੇ ਜ਼ਿਆਦਾ ਟਰਾਂਸਪੇਰੈਂਸੀ ਜੇ ਜਾਂਦੀ ਹੈ ਤਾਂ ਯੂ ਐਕਚੁਅਲੀ ਗੇਨ ਕਸਟਮਰਸ ਜਿੰਨੇ ਵੀ ਕਲਾਇੰਟਸ ਦੇ ਕੌਨਫੀਡੈਂਸ ਤੁਸੀਂ ਗੇਨ ਕਰਦੇ ਹੋ। ਐਂਡ ਅਤੇ ਇਹਦੇ ਰਿਕੁਆਇਰਮੈਂਟਸ ਕਿਹੜੇ ਹੈਗੇ, ਜਿੱਦਾਂ ਹੁਣ ਤੁਸੀਂ ਕਿਹਾ ਕਿ ਦਿਸ ਇਜ਼ ਫਸਟ ਰਿਕੁਆਇਰਮੈਂਟ ਤੁਸੀਂ ਕਿਹਾ ਕਿ has to be $500,000 to $1 million. So what are the other requirements of EB5 visa ਜੇ ਕਿਸੇ ਨੇ ਅਪਲਾਈ ਕਰਨਾ, ਜਿੱਦਾਂ ਕੋਈ ਇੰਡੀਆ 'ਚ ਹੈਗਾ ਐਂਡ ਜੇ ਕੋਈ ਪਰਿਵਾਰ ਹੈਗਾ ਜਾਂ ਜੇ ਕੋਈ ਇੰਡੀਵਿਜੂਅਲ ਹੈਗਾ ਐਂਡ ਹੀ ਵਾਂਟਸ ਟੂ ਐਕਚੁਅਲੀ ਮੂਵ ਟੂ ਅਮਰੀਕਾ, ਅਤੇ ਹੁਣ ਆਪਸ਼ਨਸ ਪਤਾ ਨਹੀਂ ਚੱਲਦੇ, ਸਮਝ ਨਹੀਂ ਆਉਂਦਾ ਕੀ ਕਰਨਾ, ਕੀ ਕਿੱਦਾਂ ਕਰੀਏ। ਐਂਡ ਲਾਈਕ ਯੂ ਸੈਡ ਇਹ ਕਦੋਂ ਤੋਂ EB5 ਵੀਜ਼ਾ ਚੱਲਦਾ ਪਿਆ ਹੈਗਾ? EB5 ਦੀ ਹਿਸਟਰੀ ਜਿਹੜੀ ਹੈ 1992 ਤੋਂ ਚੱਲ ਰਿਹਾ ਹੈ ਉੱਥੇ US ਦੇ ਵਿੱਚ। ਹਾਂਜੀ। ਪਰ 2006 ਔਰ 7 ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ। ਜਿਹੜੇ ਚਾਈਨੀਜ਼ ਇਨਵੈਸਟਰ ਸੀਗੇ ਉਹ ਯੂਜ਼ ਕਰ ਰਹੇ ਸੀ EB5 ਨੂੰ। ਪਰ 2007 ਤੋਂ ਬਾਅਦ ਇੰਡੀਆ ਦੇ ਵਿੱਚ, ਵੀਅਤਨਾਮ, ਬ੍ਰਾਜ਼ੀਲ ਦੇ ਵਿੱਚ ਕਾਫੀ ਇਹ ਸਲੋਲੀ ਪਾਪੂਲਰ ਹੋਣਾ ਸ਼ੁਰੂ ਹੋ ਗਿਆ ਹੁਣ। ਔਰ ਜਿਵੇਂ ਇੰਡੀਆ ਦੇ ਵਿੱਚ, UK ਦੇ ਵਿੱਚ ਬੜੇ ਯੰਗ ਐਂਟਰਪ੍ਰੈਨਿਓਰ ਜਿਹੜੇ ਹੈਗੇ ਨੇ, ਹੁਣ ਉਹਨਾਂ ਲਈ ਇਹ ਆਪਸ਼ਨ ਬੜੀ ਵਧੀਆ ਕਿ ਉਹ ਜਾਣਾ ਚਾਹੁੰਦੇ ਨੇ ਉੱਥੇ, ਰਾਈਟ। ਸੋ ਜਿਹੜੀ ਤੁਸੀਂ ਦੂਸਰੀ ਉਹਦੀ ਪੁੱਛੀ ਰਿਕੁਆਇਰਮੈਂਟ ਜਿਹੜੀ ਹੈ, ਰਿਕੁਆਇਰਮੈਂਟ ਇੱਕ ਤਾਂ ਹੈਗੀ ਕਿ $500,000 ਉਹਦੀ ਸਭ ਤੋਂ ਵੱਡੀ ਰਿਕੁਆਇਰਮੈਂਟ ਇਹ ਹੈ ਕਿ ਜਿਹੜਾ ਸੋਰਸ ਆਫ ਫੰਡ ਹੈ ਉਹਦੇ ਕੋਲ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਮਨੀ ਕਿੱਥੋਂ ਆ ਰਹੀ ਹੈ, ਕਿਉਂਕਿ US ਗਵਰਨਮੈਂਟ ਇਹ ਮੇਕ ਸ਼ੋਰ ਕਰਨਾ ਚਾਹੁੰਦੀ ਹੈ ਕਿ ਮਨੀ ਲਾਂਡਰਿੰਗ ਨਾ ਹੋਵੇ ਬਸ। ਬਿਲਕੁਲ। ਫਸਟ ਸੈਕਿੰਡ ਥਿੰਗ ਹੈਗਾ ਤੁਸੀਂ 10 ਜੋਬ ਕ੍ਰੀਏਟ ਕਰਨੀਆਂ ਨੇ ਉੱਥੇ ਤੋਂ ਆਪਣੀ ਮਨੀ ਨਾਲ। ਔਰ ਤੀਸਰਾ ਜਿਹੜਾ ਹੈਗਾ ਕਿ ਕ੍ਰਿਮੀਨਲ ਬੈਕਗਰਾਊਂਡ ਨਾ ਹੋਵੇ ਕੋਈ ਵੀ। ਔਰ ਇਹ 3 ਕੋਈ ਅਗਰ ਜੇ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦਾ ਹੈ, EB5 ਇੱਕ ਬੜਾ ਫੈਸਟੈਸਟ ਔਰ ਬੜਾ ਸਿਕਿਉਰ ਵੇ ਟੂ ਗ੍ਰੀਨ ਕਾਰਡ ਹੈਗਾ USA ਦਾ ਲੈਣ ਲਈ। ਬਿਲਕੁਲ। ਦਿਸ ਇਜ਼ ਇਹ ਬਹੁਤ ਜਾਣਕਾਰੀ ਬਹੁਤ ਇੰਪੋਰਟੈਂਟ ਹੈਗੀ ਹੈ। ਜਿੱਦਾਂ ਜਗਦੇਵ ਸਿੰਘ ਜੀ ਨੇ ਕਿਹਾ ਹੈਗਾ ਕਿ ਜਿੱਦਾਂ ਜਿਹੜੇ ਵੀ ਮਨੀ ਹੈਗੇ ਜਾਂ ਤੁਹਾਡੇ ਮੋਨੀਟਰੀਜ਼ ਹੈਗੇ, ਇਟ ਕੈਨ ਬੀ ਇਨਹੈਰੀਟੈਂਸ, ਇਟ ਕੈਨ ਬੀ ਐਨੀਥਿੰਗ, ਬਟ ਐਜ਼ ਲੌਂਗ ਐਜ਼ ਯੂ ਹੈਵ ਅਤੇ ਤੁਹਾਡਾ ਲੀਗਲ ਸੋਰਸ ਹੈਗਾ, ਮੇਕਿੰਗ ਸ਼ੋਰ ਤੁਹਾਡੇ ਜਿਹੜੇ, ਕਿਉਂਕਿ ਬਾਹਰਲੇ ਜਿਹੜੀ ਗਵਰਨਮੈਂਟ ਹੈਗੀ ਹੈ ਦੇ ਸੀ ਲੈਜਿਟਿਮੇਟਲੀ ਦੇਖਦੇ ਹੈਗੇ ਕਿ ਉਹ ਮਨੀ ਇਜ਼ ਡੈਫੀਨਿਟਲੀ ਲੈਜਿਟਿਮੇਟ, ਇੱਦਾਂ ਕੋਈ ਇਟ ਸ਼ੁਡਨਟ ਬੀ ਲਾਈਕ, ਅਤੇ ਉਹਦਾ ਰੈਕਰਡ ਹੋਣਾ ਤਾਂ ਬਹੁਤ ਇੰਪੋਰਟੈਂਟ। ਐਂਡ ਆਲਸੋ ਪਰਸਨ ਦਾ ਕੋਈ ਉੱਪਰ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ। ਅਤੇ ਐਂਡ ਇਟਸ ਅ ਸਟ੍ਰੇਟ ਫਾਰਵਰਡ ਪ੍ਰੋਸੈਸ। ਬਿਲਕੁਲ। ਹਾਂਜੀ, ਬਿਲਕੁਲ। ਨਾ ਅਤੇ ਇਹ ਬਹੁਤ ਵਧੀਆ ਗੱਲ ਹੈਗੀ ਹੈ ਕਿਉਂਕਿ ਜਿਹੜੇ ਹਾਈ ਨੈਟਵਰਥ ਇੰਡੀਵਿਜੂਅਲਸ ਹੈਗੇ ਹੈ, ਜਿੱਦਾਂ ਹੁਣ ਲਾਈਕ ਤੁਸੀਂ ਮੈਂਸ਼ਨ ਕੀਤਾ ਕਿ they can travel to other countries without a visa, which is 100+ countries. Having a US passport is definitely weight has a really lot of weight in your profile as well. ਤੇ ਤੁਸੀਂ ਆ ਦੱਸੋ ਕਿ ਸੋ ਤੁਸੀਂ ਵੈਸੇ are you from America? ਤੇ ਤੁਸੀਂ ਕਿੱਥੋਂ, ਮਤਲਬ ਓਰੀਜਨਲੀ ਤੁਸੀਂ ਕਿੱਥੋਂ, ਤੁਹਾਡੀ ਆਪਣੇ ਬਾਰੇ ਥੋੜ੍ਹਾ ਹੋਰ ਦੱਸੋ ਦਰਸ਼ਕਾਂ ਨੂੰ। ਨਹੀਂ, ਮੈਂ ਓਰੀਜਨਲੀ ਤਾਂ ਪੰਜਾਬ ਤੋਂ ਹਾਂ। ਓਕੇ ਜੀ। ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਮਹਿਤਪੁਰ। ਅੱਛਾ ਜੀ। ਹਾਂਜੀ, ਮੈਂ ਉੱਥੋਂ ਦਾ। ਔਰ ਮੈਨੂੰ US ਵਿੱਚ ਆਏ ਨੂੰ ਹੁਣ 21 ਸਾਲ ਹੋ ਗਏ ਨੇ। 1997 ਵਿੱਚ ਮੈਂ ਆਇਆ ਸੀਗਾ। ਹਾਂਜੀ। ਅਤੇ 14 ਸਾਲ ਪਿਛਲੇ 14 ਸਾਲ ਤੋਂ ਰੀਅਲ ਸਟੇਟ ਫਰਮ ਚਲਾ ਰਹੇ ਹਾਂ ਆਪਣੀ ਉੱਥੇ US ਦੇ ਵਿੱਚ। ਅੱਛਾ ਜੀ।
ਸੋ ਇੱਕ ਛੋਟਾ ਜਿਹਾ ਬੈਕਗਰਾਉਂਡ ਹੈਗਾ। No, that's lovely. This is so inspiring. ਅਸੀਂ ਵੈਸੇ ਦੇਖੀਏ ਕਿ everybody looks for a kind of a better life now. ਹੁਣ dream ਜਿਹੜੇ ਹੁੰਦੇ ਹੈਗੇ ਆਪਣੇ ਜਿਹੜੇ ਵੀ even the youngsters ਜੇ ਸੋਚਦੇ ਹੈਗੇ for investment, they can definitely take the guidance of Jagdev Singh ji and the team as well, and see how they actually kind of they can certainly give them good advice कि किथे investment करनी चाहिए हैगी, and also at the same time you get lot of benefits as well. So जिदा हुन जे कोई individual requirements meet करदा हैगा, say from India or even from England, and so what is the process? सारा process ਦਾ time कितना लगदा हैगा actually? ਇੱਕ ਤਾਂ ਸਿੰਪਲ ਪ੍ਰੋਸੈਸ ਜਿਹੜਾ ਹੈ, ਜਿਸ ਤਰ੍ਹਾਂ ਕਿ ਜੇ ਕੋਈ ਇੰਟਰਸਟਡ ਹੈਗਾ ਹੈ, ਹਾਂਜੀ, ਪਹਿਲਾਂ ਅਸੀਂ ਕੋਈ ਮਨੀ ਟ੍ਰਾਂਸਫਰ ਕਰਨ ਤੋਂ ਪਹਿਲਾਂ ਇੱਕ ਡਾਕੂਮੈਂਟੇਸ਼ਨ ਰਿਕੁਆਇਰਡ ਹੈ, ਇੱਕ ਚੈੱਕ ਲਿਸਟ ਹੈ ਕਿ ਉਹ ਤੁਸੀਂ ਇਹ ਚੈੱਕ ਲਿਸਟ ਭਰ ਕੇ ਹਾਂਜੀ, ਜਿਹੜੀ ਵੀ ਰਿਕੁਆਇਰਡ ਡਾਕੂਮੈਂਟੇਸ਼ਨ ਹੈਗੀ ਹੈ, ਰਿਕੁਆਇਰਡ ਡਾਕੂਮੈਂਟੇਸ਼ਨ ਵਿੱਚ ਸਿਰਫ ਇਹ ਕਿ ਤੁਸੀਂ ਆਪਣਾ ਸੋਰਸ ਆਫ ਫੰਡ ਦੀ ਡਾਕੂਮੈਂਟੇਸ਼ਨ ਸਾਨੂੰ ਪਹਿਲਾਂ ਦਿਓ। ਓਕੇ, ਫਿਰ ਸਾਡਾ ਜਿਹੜਾ ਅਟਰਨੀ ਨੇ ਉੱਥੇ ਉਹਨੂੰ ਰਿਵਿਊ ਕਰਕੇ ਦੱਸਣਗੇ ਕਿ ਤੁਸੀਂ ਆ ਚੀਜ਼ ਜਿਹੜੀ ਤੁਸੀਂ ਸਾਨੂੰ ਪ੍ਰੋਵਾਈਡ ਕਰਵਾ ਰਹੇ ਹੋ ਸ਼ਾਇਦ US ਦੇ ਵਿੱਚ ਐਕਸੈਪਟਡ ਨਾ ਹੋਵੇ, ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਆਪਣੇ ਆਪ ਨੂੰ ਦੁਬਾਰਾ ਕੋਈ ਨਵੀਂ ਡਾਕੂਮੈਂਟੇਸ਼ਨ ਜਿਹੜੀ ਹੈ ਤੁਸੀਂ ਇਸ ਤਰ੍ਹਾਂ ਪ੍ਰਪੇਅਰ ਕਰਕੇ ਸਾਨੂੰ ਦਿਓ। ਓਕੇ, ਸੋ ਜਦੋਂ ਸਾਡਾ ਜੀ ਅਟਰਨੀ ਕਹਿ ਦਿੰਦਾ ਹੈ ਕਿ ਡਾਕੂਮੈਂਟੇਸ਼ਨ ਬਿਲਕੁਲ ਸਹੀ ਹੈ ਔਰ ਤੁਸੀਂ ਆਪਾਂ ਫਾਈਲ ਕਰ ਸਕਦੇ ਹਾਂ, ਹਾਂਜੀ, ਉਹਨਾਂ ਦੀ ਪਟੀਸ਼ਨ ਫਾਈਲ ਤੋਂ ਲੈ ਕੇ ਵਿਦਿਨ 12 ਮਹੀਨੇ ਤੋਂ ਲੈ ਕੇ 16 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ। ਓਕੇ, ਪਰ ਜੇ ਇਹਦੇ ਵਿੱਚ ਇੱਕ ਚੇਂਜ ਹੈ, ਜੇ ਕੋਈ ਇੰਡੀਆ ਇੰਡੀਆ ਵਿੱਚ ਬੋਰਨ ਹੋਏ ਨੇ ਉਹਨਾਂ ਦੀ ਥੋੜ੍ਹੀ ਵੇਟ ਲਾਈਨ ਜ਼ਿਆਦਾ ਹੈ ਕਿਉਂਕਿ ਇੰਡੀਆ ਤੋਂ ਐਪਲੀਕੇਸ਼ਨ ਜ਼ਿਆਦਾ ਆ ਰਹੀਆਂ ਨੇ, ਪਰ ਜੇ ਕੋਈ UK ਬੋਰਨ ਜਿਹੜਾ ਹੈਗਾ ਹੈ ਉਹ ਵਿਦਿਨ ਅ ਈਅਰ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਏਗਾ। ਓਕੇ, ਸੋ ਇਟ ਇਜ਼ ਬਿਟਵੀਨ 12, so normally on an average it takes about 12 ਤੋਂ 16 months ਲੱਗਦੇ ਹੈਗੇ for all the, ਤੇ ਜਿੱਦਾਂ ਹੁਣ ਜਿਹਦਾ ਇਨਵੈਸਟਮੈਂਟ ਹੈਗੀ ਹੈ, ਜੇ ਅਸੀਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਹੋਰ ਜਾਣਕਾਰੀ ਇਹਦੇ ਬਾਰੇ ਦਈਏ, ਜੇ if not we can definitely they can email the information as well, ਜਿੱਦਾਂ ਹੁਣ as a money as a $500,000 ਜਿਹੜੀ ਹੁੰਦੀ ਹੈ ਉਹ do they have to what are the options available, ਜਿੱਦਾਂ ਹੁਣ ਉਹਨਾਂ ਨੂੰ straight away they would have to kind of invest, do the money transfer or is it like bit by bit? ਕਿੱਦਾਂ ਹੁੰਦਾ? ਡਾਕੂਮੈਂਟੇਸ਼ਨ ਜਦੋਂ ਅਟਾਰਨੀ ਕੋਲੋਂ ਅਪਰੂਵ ਹੋ ਜਾਂਦੀ ਹੈ, ਹਾਂਜੀ, ਫਿਰ ਦੋ ਆਪਸ਼ਨਸ ਉਹਨਾਂ ਕੋਲ ਹੈਗੀਆਂ ਨੇ। ਇੱਕ ਤਾਂ 500,000 ਇੱਕੋ ਵੇਲੇ ਕਰ ਸਕਦੇ ਨੇ, ਪਰ ਇੱਕ ਪਾਰਸ਼ਲ ਇਨਵੈਸਟਮੈਂਟ ਆਪਸ਼ਨ ਹੈਗੀ ਹੈ। ਪਾਰਸ਼ਲ ਦੇ ਵਿੱਚ ਇਸ ਤਰ੍ਹਾਂ ਕਿ 250,000 ਤੁਸੀਂ ਅੱਜ ਦਿੱਤਾ ਹੈ, 250,000 ਤੁਸੀਂ 5 ਮਹੀਨੇ ਬਾਅਦ ਦੇ ਸਕਦੇ ਹੋ, ਪਰ ਉਹ ਜੋ ਰਿਵਿਊ ਹੋਣ ਤੋਂ ਬਾਅਦ ਦੇਣੀ ਹੈ। ਜੇ ਅਟਾਰਨੀ ਕਹੇਗਾ ਕਿ ਇਸ ਪਟੀਸ਼ਨਰ ਦੀ ਜਿਹੜੀ ਫਾਈਲ ਹੈ ਉਹ ਅਸੀਂ ਅਪਰੂਵ ਕਰਦੇ ਹਾਂ, ਫਿਰ ਉਹ ਮਨੀ ਟ੍ਰਾਂਸਫਰ ਤੱਕ ਗੱਲ ਜਾਂਦੀ ਹੈ। ਔਰ ਮਨੀ ਟ੍ਰਾਂਸਫਰ ਹੋਣ ਤੋਂ ਬਾਅਦ ਜਿਹੜਾ ਅਸੀਂ ਕਹਿ ਰਹੇ ਹਾਂ ਕਿ 12 ਤੋਂ 16 ਮਹੀਨੇ ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਔਰ ਨਾਲ ਮੈਂ ਇੱਕ ਗੱਲ ਇੱਕ ਐਡ ਕਰ ਦੇਵਾਂ ਕਿ ਜਿਹੜੀ ਇਨਵੈਸਟਮੈਂਟ ਤੁਸੀਂ ਕੀਤੀ ਹੈ ਇਹ 6 ਸਾਲ ਦੇ ਵਿੱਚ ਤੁਹਾਨੂੰ ਫੁੱਲੀ ਰਿਫੰਡ ਕਰ ਦਿੱਤੀ ਜਾਏਗੀ। 6 ਸਾਲ ਬਾਅਦ $5 ਲੱਖ ਤੁਹਾਨੂੰ ਵਾਪਸ ਮਿਲ ਜਾਏਗਾ। ਅੱਛਾ ਜੀ। ਔਰ 6 ਸਾਲ ਤੱਕ ਤੁਹਾਨੂੰ 3% ਜਿਹੜੀ ਰਿਟਰਨ ਉਸ ਉੱਪਰ ਮਨੀ ਉੱਪਰ ਮਿਲਦੀ ਰਹੇਗੀ। 16 ਮਹੀਨੇ ਦੇ ਵਿੱਚ ਗ੍ਰੀਨ ਕਾਰਡ ਹੋ ਗਿਆ, 10% ਰਿਟਰਨ ਐਨੂਅਲੀ ਤੁਹਾਨੂੰ ਪੈਸੇ ਉੱਪਰ ਮਿਲ ਰਹੀ ਹੈ, ਔਰ 6 ਸਾਲਾਂ ਬਾਅਦ ਜਿਹੜੀ ਫੁੱਲੀ 500,000 ਜਿਹੜਾ ਕੈਪੀਟਲ ਤੁਸੀਂ ਇਨਵੈਸਟ ਕੀਤਾ ਹੈ ਉਹ ਤੁਹਾਨੂੰ ਵਾਪਸ ਮਿਲ ਜਾਏਗਾ। ਵਾਓ, that's really good, that's ਇਹ ਤਾਂ ਬਹੁਤ ਚੰਗੀ ਗੱਲ ਹੈਗੀ ਹੈ। ਇੱਕ ਤਾਂ ਤੁਹਾਨੂੰ you're investing as well and then you're getting the returns back as well, ਇਹ ਬਹੁਤ and getting money back actually. Money, and you're getting your money back as well. this is definitely a ਚੀਜ਼ ਦੇਖਣ ਵਾਲੀ ਹੈਗੀ। ਜਿਹੜੇ ਜੇ ਤੁਸੀਂ ਜ਼ਿਆਦਾ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ you can actually log into the website which is www.pnj5.com. so I'll repeat the website, it's www.pnj5.com. ਤੇ ਜਗਦੇਵ ਸਿੰਘ ਜੀ ਮੈਂ ਦੇਖਦਾ ਪਿਆ ਸੀ actually about the website now, so with the discussion about the website PNJ5, ਜਿੱਦਾਂ ਤੁਸੀਂ ਆਪਣੀ ਵੈਬਸਾਈਟ ਸੋਚਿਆ ਹੋਗਾ ਨਾਮ, so what does PNJ5 stands for? ਪੰਜ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਜਿਹਨੂੰ ਕਹਿੰਦੇ ਨੇ ਨਾ ਕਿ ਮਹੱਤਵਪੂਰਨ, ਇਸ ਇੱਕ ਕਲੈਕਟਿਵ ਲੀਡਰਸ਼ਿਪ, ਪੰਜ ਪਿਆਰੇ। ਬਿਲਕੁਲ, ਹਾਂਜੀ। ਪੰਜ ਤੱਤਾਂ ਨਾਲ ਸਰੀਰ ਬਣਦਾ ਹੈ, ਬਿਲਕੁਲ, ਪੰਜ ਤੱਤਾਂ 'ਚ ਸ੍ਰਿਸ਼ਟੀ ਸਾਜੀ ਗਈ ਹੈ। ਸੋ ਜਿਹੜਾ ਪੰਜ ਹੈ ਇਹ ਹਰ ਸਿੱਖ ਦੇ ਮੈਂ ਕਹਿੰਦਾ ਬਹੁਤ ਨੇੜੇ ਹੈ। ਸੋ ਇਹ ਪੰਜ ਨਾਂ ਜਿਹੜਾ PNJ5 ਪੰਜ ਔਰ ਅੱਗੇ ਪੰਜ, ਇਹ ਇੱਥੋਂ ਹੀ ਨਿਕਲਿਆ ਹੈ ਕਿ ਪੰਜ ਇੱਕ ਤਾਂ ਕਲੈਕਟਿਵ ਲੀਡਰਸ਼ਿਪ, ਹਾਂਜੀ, ਇੱਕ ਜਿਹੜੇ 5 ਐਲੀਮੈਂਟਸ ਜਿਹੜੇ
ਦੁਨੀਆ ਨੂੰ ਚਲਾ ਰਹੇ ਨੇ ਕਿ ਸਾਡੀ ਇੱਕ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਹੈ ਦੁਨੀਆ ਨੂੰ ਸਾਂਭਣ ਦੀ। ਸਾਨੂੰ ਪਾਣੀ, ਏਅਰ, ਸਾਰੀਆਂ ਜਿਹੜੀਆਂ ਚੀਜ਼ਾਂ ਨੇ 5 ਔਰ 5 ਤੱਤ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਇਸ ਨੂੰ ਦੁਨੀਆ ਨੂੰ ਵਰਲਡ ਕਿਵੇਂ ਵਧੀਆ ਕਿਵੇਂ ਕਰਨਾ ਹੈ। ਸਿੱਖ ਐਂਟਰਪ੍ਰੇਨਿਓਰ ਤਾਂ ਬਣਦਾ ਹੀ ਬਣਦਾ ਹੈ, ਪਰ ਨਾਲ ਨਾਲ ਇੱਕ ਸਿੱਖ ਦੀ ਹੋਰ ਡਿਊਟੀ ਵੀ ਬਹੁਤ ਹੋਏ ਸਰਬੱਤ ਦੇ ਭਲੇ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਸ਼ਾਮਲ ਕਰਨਾ ਹੈ, ਅਤੇ ਉਹ ਸਰਬੱਤ 5 ਨਾਲ ਹੀ ਸ਼ੁਰੂ ਹੁੰਦਾ ਹੈ। ਬਿਲਕੁਲ ਜੀ, ਤੁਸੀਂ ਇੱਕਦਮ ਸਹੀ ਗੱਲ ਕੀਤੀ ਹੈ। ਇਹ ਆਪਣੇ ਗੁਰੂਆਂ ਨੇ ਵੀ ਆਪਣੀ ਇਹੀ ਸੋਚੀ ਆਪਣੀ ਪਾਈ ਹੈਗੀ ਕਿ ਵੀ ਜਸਟ ਹੈਵ ਟੂ ਨਾਟ ਫੋਰਗੇਟ ਉਹਨਾਂ ਨੇ ਕੀ ਆਪਾਂ ਨੂੰ ਗਿਆਨ ਦਿੱਤਾ ਹੈ। ਗਿਆਨ ਨਾਲ ਹੀ ਲੋਕਾਂ ਦੀ ਪਾਵਰ ਵੀ ਵੱਧਦੀ ਹੈਗੀ ਹੈ। ਜਿੱਦਾਂ ਹੁਣ ਇਹ ਸਭ ਲੋਕੀ ਬਹੁਤ ਹੈਗੇ ਲੋਕੀ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਇਸ ਬਾਰੇ। ਹੁਣ ਮੈਨੂੰ ਆਪ ਪਤਾ ਨਹੀਂ ਸੀਗਾ ਇਹਦੇ ਬਾਰੇ, EB-5 ਵੀਜ਼ਾ ਦੇ ਬਾਰੇ ਵੀ, ਅਤੇ ਇਹ ਗਿਆਨ ਵਧਣ ਨਾਲ ਹੀ ਯੂ ਹੈਵ ਮੋਰ ਇਨਫੋਰਮੇਸ਼ਨ ਅਤੇ ਤੁਸੀਂ ਸਹੀ ਰਸਤੇ ਜਾ ਸਕਦੇ ਐਂਡ ਵਿਚ ਇਜ਼ ਰੀਅਲੀ ਗ੍ਰੇਟ। ਅਤੇ ਕਮਿੰਗ ਬੈਕ ਟੂ ਸੈਨ ਫਰਾਂਸਿਸਕੋ, ਅਸੀਂ ਥੋੜ੍ਹੀ ਸੈਨ ਫਰਾਂਸਿਸਕੋ ਦੇ ਬਾਰੇ ਗੱਲ ਕਰੀਏ। ਇਟਸ ਅ ਲਵਲੀ, ਆਈ ਹਰਡ ਇਟਸ ਅ ਲਵਲੀ ਸਿਟੀ and I've never been there, but ਮੈਂ America ਗਿਆ ਸੀਗਾ about 2 weeks ago, but I haven't got a chance to go to San Francisco। ਤੇ ਉੱਥੇ ਆਪਣੀ ਸਿੱਖੀ ਸੰਗਤ ਕਿੱਦਾਂ ਹੈਗੀ ਆਪਣੀ community wise? Are there a lot of people there? There are actually, and San Francisco ਤੁਹਾਨੂੰ ਪਤਾ ਹੈ ਕਿ ਸਿਲੀਕਨ ਵੈਲੀ ਜਿਹੜੀ ਹੈ 60 ਮਾਈਲ ਰੇਡੀਅਸ, ਗੂਗਲ, ਐਪਲ, ਜਿੰਨੇ ਵੱਡੇ IT ਦੀ ਕੰਪਨੀਜ਼ ਨੇ ਸਾਰੀਆਂ ਇਹ ਸੈਨ ਫਰਾਂਸਿਸਕੋ ਬੇਸਡ ਨੇ ਸਾਰੀਆਂ। ਔਰ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੈ ਉੱਥੇ। ਜਿਹੜੇ 2 ਬਿਗੇਸਟ ਗੁਰਦੁਆਰਾ ਹੈਗੇ ਨੇ, ਸੈਨ ਹੋਜ਼ੇ ਗੁਰਦੁਆਰਾ ਔਰ ਫਰੀਮੰਟ ਗੁਰਦੁਆਰਾ, ਉਹ ਸੈਨ ਫਰਾਂਸਿਸਕੋ ਤੋਂ ਸਿਰਫ 40 ਮਾਈਲਸ ਰੇਡੀਅਸ ਦੇ ਦਰਮਿਆਨ ਪੈਂਦੇ ਨੇ। ਅੱਛਾ ਜੀ, ਸਭ ਤੋਂ ਬਿਗੇਸਟ ਗੁਰਦੁਆਰਾ ਇਜ਼ ਇਨ ਫਰੀਮੰਟ। ਜਿਹੜਾ US ਐਕਚੁਅਲੀ ਸਭ ਤੋਂ ਬਿਗੇਸਟ ਗੁਰਦੁਆਰਾ ਸੈਨ ਹੋਜ਼ੇ ਹੈਗਾ। ਸੈਨ ਹੋਜ਼ੇ, ਔਰ ਉਸ ਤੋਂ ਬਾਅਦ ਇੱਕ ਫਰੀਮੰਟ ਗੁਰਦੁਆਰਾ ਸਾਹਿਬ ਨੇ, ਉਹ ਵੀ ਬਹੁਤ ਮਸ਼ਹੂਰ ਔਰ ਬੜੇ ਪੁਰਾਣਾ ਹੈ, 1970 ਤੋਂ ਬਣੇ ਹੋਏ ਨੇ ਗੁਰਦੁਆਰਾ ਉੱਥੇ, ਹੈ ਨਾ। ਅਮੇਜ਼ਿੰਗ। ਔਰ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਬੜੇ ਵੈਲ ਐਸਟੈਬਲਿਸ਼, ਸਾਰੇ ਬਹੁਤ ਵਧੀਆ ਕਰ ਰਹੇ ਨੇ। ਬਿਲਕੁਲ, ਦੈਟਸ ਰੀਅਲੀ ਗੁੱਡ। ਅਤੇ ਜਿੱਦਾਂ ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ, ਜੇ ਅਸੀਂ ਕੋਈ ਇਨਵੈਸਟਮੈਂਟ ਕਰਦੇ, ਜਿਹੜੀ ਕੰਪਨੀਜ਼ ਹੈਗੀ ਉਹ ਸੈਨ ਫਰਾਂਸਿਸਕੋ ਵਿੱਚ ਹੋਟਲਸ ਹੈਗੇ, ਜਿਹੜੇ ਪ੍ਰੋਜੈਕਟਸ ਚੱਲਦੇ ਪਏ ਹੈਗੇ, ਔਰ ਆਰ ਦੇ ਵਰਲਡ ਵਾਈਡ? ਐਕਚੁਅਲੀ ਮੋਸਟਲੀ ਪੂਰੇ US ਦੇ ਵਿੱਚ ਹੈਗਾ ਹੈ। ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ, ਇਸ ਤਰ੍ਹਾਂ ਹੋਰ ਕੰਪਨੀਜ਼ ਹੈਗੀਆਂ ਜਿਹੜੀਆਂ ਕਰ ਰਹੀਆਂ ਨੇ। ਉਹਨਾਂ ਦੇ ਹੋਟਲ ਨਿਊਯਾਰਕ ਤੋਂ ਲੈ ਕੇ ਈਸਟ ਕੋਸਟ, ਵੈਸਟ ਕੋਸਟ ਜਾਂ ਮਿਡ ਵੈਸਟ, ਹਰ ਜਗ੍ਹਾ 'ਤੇ ਬਣ ਰਹੇ ਨੇ ਉੱਥੇ। ਪਰ ਜਿਹੜਾ ਅਸੀਂ ਬਣਾ ਰਹੇ ਹਾਂ ਉਹ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ ਹੈਗਾ। ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ ਹੈ। ਸੋ ਕੈਲੀਫੋਰਨੀਆ ਇਟਸੈਲਫ 6th ਲਾਰਜੈਸਟ ਇਕੋਨਮੀ ਇਨ ਦ ਵਰਲਡ। ਅਤੇ ਉਹਦੀ ਕੈਪੀਟਲ ਜਿਹੜੀ ਹੈ ਸੈਕਰਾਮੈਂਟੋ, ਜਿੱਥੇ ਅਸੀਂ ਹੋਟਲ ਬਣਾ ਰਹੇ ਹਾਂ। ਔਰ ਉਹ ਸੈਕਰਾਮੈਂਟੋ ਸੈਨ ਫਰਾਂਸਿਸਕੋ ਤੋਂ ਅਰਾਊਂਡ 70 ਮਾਈਲਸ ਪੈ ਜਾਂਦਾ ਹੈ। ਹਾਂਜੀ, ਅਤੇ ਇਹ ਜਿਹੜੇ ਪ੍ਰੋਜੈਕਟਸ ਹੁੰਦੇ ਹੈਗੇ ਉਹ ਕਿੰਨੇ ਚਿਰ ਦੇ ਹੁੰਦੇ? ਹਾਊ ਮੈਨੀ ਈਅਰਸ ਇਜ਼ ਵਨ ਪ੍ਰੋਜੈਕਟ ਲਾਸ? ਡਿਪੈਂਡ ਕਰਦਾ ਹੈ ਤੁਸੀਂ ਕਿੱਡਾ ਵੱਡਾ ਕਰ ਰਹੇ ਹੋ, ਔਰ ਕੰਸਟਰਕਸ਼ਨ ਕਿੰਨਾ ਚਿਰ ਲੱਗੇਗਾ। ਜੇ ਤੁਸੀਂ ਕੋਈ ਛੋਟਾ ਹੋਟਲ ਜਾਂ ਅਪਾਰਟਮੈਂਟ ਬਿਲਡਿੰਗ ਜਾਂ ਗੈਸ ਸਟੇਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾ ਰਹੇ ਹੋ, ਉਹਦੇ ਵਿੱਚ ਤਾਂ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਪੂਰਾ ਹੋ ਜਾਂਦਾ ਹੈ। ਪਰ ਜਿਸ ਤਰ੍ਹਾਂ ਅਸੀਂ 172 ਰੂਮਸ ਦਾ ਬਣਾ ਰਹੇ ਹਾਂ, ਇਹ ਇੱਕ ਤਰ੍ਹਾਂ ਨਾਲ 2 ਸਾਲ ਦਾ ਪੀਰੀਅਡ ਹੈਗਾ ਇਹ। ਔਰ ਬੜੀ ਵੱਡੀ ਕੰਸਟਰਕਸ਼ਨ ਕੰਪਨੀ ਡੇਵਿਸ ਰੀਡ ਕੰਸਟਰਕਸ਼ਨ ਕੰਪਨੀ ਹੈ ਜਿਹੜੀ ਇਸ ਨੂੰ ਬਣਾ ਰਹੀ ਹੈ। ਠੀਕ ਹੈ। ਹਾਂਜੀ, ਅਤੇ ਤੁਹਾਡੀ ਜਿਹੜੀ ਕੰਪਨੀ ਹੈਗੀ ਐਂਡ ਦੈਨ ਇਟਸ ਐਕਚੁਅਲੀ ਟਾਈਡ ਅਪ ਵਿਥ ਦੀ ਕੰਪਨੀਜ਼ ਵਿਚ ਆਰ ਇਨਵੋਲਵਡ ਇਨ ਮੇਕਿੰਗ ਦ ਪ੍ਰੋਜੈਕਟਸ। ਜਿੱਦਾਂ ਹੁਣ ਤੁਹਾਡੀ ਟੀਮ ਵਿੱਚ ਬੰਦੇ ਹੈਗੇ ਜਿਹੜੇ ਟੀਮ ਮੈਂਬਰਸ ਹੈਗੇ ਐਂਡ ਦੇ ਬੇਸਡ ਇਨ ਸੈਨ ਫਰਾਂਸਿਸਕੋ? ਹਾਂਜੀ, ਐਕਚੁਅਲੀ ਸੈਨ ਫਰਾਂਸਿਸਕੋ ਫਰੀਮੌਂਟ ਯੂਨੀਅਨ ਸਿਟੀ ਏਰੀਆ, ਉਹਨੂੰ ਬੇ ਏਰੀਆ ਕਹਿੰਦੇ ਨੇ। ਅਸੀਂ ਬੇ ਏਰੀਏ ਤੋਂ ਬਿਲੋਂਗ ਕਰਦੇ ਹਾਂ। ਜਿਹੜਾ ਉਹ 60 ਮਾਈਲ ਰੇਡੀਅਸ ਸਾਰੀ ਸਿਲੀਕਨ ਵੈਲੀ ਹੈ ਨਾ, ਸੋ ਉਹਨੂੰ ਈਸਟ ਬੇ ਏਰੀਆ ਕਰਕੇ ਇੱਕ ਤਰ੍ਹਾਂ ਦਾ ਏਰੀਆ ਮੰਨਿਆ ਜਾਂਦਾ ਹੈ। ਔਰ ਦੂਸਰਾ ਜਿਹੜਾ ਇਹ ਚੱਕਰ ਹੈ ਕਿ ਤੁਸੀਂ ਕਿਹਾ ਹੁਣ 14 ਸਾਲ ਤੋਂ ਫਾਈਨੈਂਸ ਦੇ ਵਿੱਚ ਹੈਗੇ ਹਾਂ, ਰੀਅਲ ਸਟੇਟ ਪ੍ਰੋਪਰਟੀਜ਼ ਲੱਭਦੇ ਹਾਂ ਜਿਹੜੀਆਂ ਬਹੁਤ ਅੱਛੀਆਂ ਰਿਟਰਨ ਦੇ ਸਕਣ ਜਾਂ ਬਹੁਤ ਵਧੀਆ ਇਨਵੈਸਟਰ ਲਈ ਹੋਣ, ਰਾਈਟ। ਸੋ ਸਾਡੀ ਜਿਹੜੀ ਪੂਰੀ ਟੀਮ ਹੈ ਉਹਦਾ ਇਹੀ ਕੰਮ ਹੈ ਕਿ ਜਿੱਥੇ ਵੀ ਵਧੀਆ ਲੋਕੇਸ਼ਨ ਜਾਂ ਵਧੀਆ ਪ੍ਰੋਪਰਟੀ ਜਿੱਥੇ ਰਿਟਰਨ ਮਿਲੇਗਾ, ਜਿੱਥੇ ਅਸੀਂ ਕੱਲ੍ਹ ਨੂੰ ਜੇ ਰਿਸੈਸ਼ਨ ਹਿੱਟ ਹੋ ਵੀ ਜਾਵੇ ਤਾਂ ਸਾਡੀ ਅੱਛੀ ਰਿਟਰਨ ਆਉਂਦੀ ਰਹੇਗੀ, ਉਹ ਪ੍ਰੋਪਰਟੀ ਨੂੰ ਲੱਭਣ ਲਈ ਸਾਡੀ ਇਹ ਐਕਸਪਰਟੀਜ਼ ਹੈ। ਅਤੇ ਇਹ ਹਾਇਤ ਜਿਹੜਾ ਅਸੀਂ ਬਣਾ ਰਹੇ ਹਾਂ ਇਹ ਕਾਫੀ ਉਹ ਲੋਕੇਸ਼ਨ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਅਰੀਨਾ ਦੇ ਬਿਲਕੁਲ ਕੰਧ ਸਾਂਝੀ ਸਾਡੇ ਹੈਗੀ ਔਰ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ ਹੈਗਾ ਹੈ। ਸੋ ਇਹ ਸਾਡੀ ਟੀਮ ਨੇ ਹੀ ਲੱਭਿਆ ਜੀ। ਦੈਟ ਇਜ਼ ਰੀਅਲੀ ਗੁੱਡ। ਅਤੇ ਜੇ so this is the investment people who wants to make in America, so this is could they be America which
it's a fastest growing economy. They're doing really well. Plus एक ये भी ਹੁੰਦਾ ਹੈਗਾ ਕਿ ਆਪਾਂ job creation भी कर रहे हैं with your investment. ਤੇ ਇੱਕ ਤਾਂ ਤੁਹਾਡਾ ਵੀ ਆਪਾਂ ਨੂੰ ਆਪਣਾ ਭਲਾ ਹੁੰਦਾ ਤੇ ਤੁਸੀਂ ਲੋਕਾਂ ਦਾ ਵੀ job creation ਕਰਕੇ and then you get your returns back, which is really good. ਤੇ ਜਗਦੇਵ ਸਿੰਘ ਜੀ ਆਪਾਂ ਸਮਾਪਤੀ ਦਾ ਥੋੜਾ ਟਾਈਮ ਹੋ ਗਿਆ, we only got 2 minutes left. So ਤੁਸੀਂ you have been so much big inspiration to our community. ਜਿੱਦਾਂ ਹੁਣ ਆਪਾਂ youngsters ਹੈਗੇ ਆ, we look up for entrepreneurship. ਜਿੱਦਾਂ ਹੁਣ ਦੇਖਣਾ ਹੈ ਤੁਸੀਂ young entrepreneurs ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? Plus so one, what is your message to the young entrepreneurs ਜਿਹੜੇ ਬੰਦੇ who got into business? Second, what will be your message to the community of Sikh channel or who's watching your show today? ਨਹੀਂ, ਮੇਰਾ ਮੈਸੇਜ ਤਾਂ ਉਹੀ ਹੈ ਕਿ ਸਾਨੂੰ ਕਿਰਤ ਕਰਨ ਦਾ ਹੁਕਮ ਹੈ ਕਿ ਆਪਾਂ ਸਾਰਿਆਂ ਨੇ ਜ਼ੋਰ ਲਾ ਕੇ ਸੱਚੇ ਮਨੋਂ ਕਿਰਤ ਕਰਨੀ ਹੈ। ਬਾਕੀ ਜਿਹੜਾ ਸਕਸੈਸ ਹੈ, ਫਲ ਹੈ, ਉਹ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ। ਪਰ ਐਜ਼ ਏ ਕਮਿਊਨਿਟੀ ਜਿਹੜਾ ਅਸੀਂ ਕਰ ਰਹੇ ਹਾਂ, ਬਹੁਤ ਜਿੱਥੇ ਵੀ ਗਿਆ ਮੈਂ, ਬ੍ਰਾਜ਼ੀਲ, ਵੀਅਤਨਾਮ, ਇੰਡੀਆ, ਜਿੱਥੇ ਵੀ ਸਿੱਖ ਮਿਲੇ ਨੇ, ਜਾਂ ਇੰਡੀਆ ਦੇ ਵਿੱਚ ਹੈਦਰਾਬਾਦ ਜਾਂ ਬੈਂਗਲੋਰ, ਚੇਨਈ, ਸਿੱਖ ਕਮਿਊਨਿਟੀ ਕਾਫੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵੈਲ ਐਸਟੈਬਲਿਸ਼ ਹੈ। ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਦੇ ਰਹਿਣਾ ਚਾਹੀਦਾ। ਔਰ ਯੰਗ ਐਂਟਰਪ੍ਰੇਨਰ ਨੂੰ ਸਿਰਫ ਇਹੀ ਮੈਸੇਜ ਹੈ ਕਿ ਟਰੁੱਥ ਐਂਡ ਟਰਾਂਸਪੇਰੈਂਸੀ ਨਾਲ ਸ਼ਾਰਟਕਟ ਕੋਈ ਨਹੀਂ, ਇਹਦੇ ਵਿੱਚ ਸ਼ਾਰਟਕਟ ਨਹੀਂ ਹੈ। ਟਰੁੱਥ ਐਂਡ ਟਰਾਂਸਪੇਰੈਂਸੀ ਨਾਲ ਆਪਣੀ ਕਿਰਤ ਵਿੱਚ ਲੱਗੇ ਰਹੋ ਔਰ ਆਪਣੇ ਆਈਡੀਆਜ਼ ਨੂੰ ਵਰਲਡ ਵਾਈਡ ਗਲੋਬਲੀ ਲੈ ਕੇ ਜਾਓ ਔਰ ਡਰੋ ਨਾ, ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋਏਗਾ ਜੀ। ਓਕੇ ਜੀ, ਬਿਲਕੁਲ ਬਹੁਤ ਚੰਗਾ ਤੁਸੀਂ ਮੈਸੇਜ ਦਿੱਤਾ ਹੈਗਾ ਐਂਡ ਆਮ ਸ਼ੋਰ ਯੂ ਇੰਸਪਾਇਰਡ ਸੋ ਮਨੀ ਵਿਊਅਰਸ ਆਊਟ ਹੇਅਰ। ਐਂਡ of course ਤੁਸੀਂ ਰਿਸਕ ਲਓ ਐਂਡ of course has to be calculated। ਜੇ ਕੋਈ ਤੁਹਾਨੂੰ ਆਪਣੇ of course and also have your mentors as well। ਤੇ ਥੈਂਕ ਯੂ ਵੈਰੀ ਮਚ ਜਗਦੇਵ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਅੱਜ ਆਪਣੇ ਪ੍ਰੋਗਰਾਮ ਤੇ ਆਏ and you come really far from San Francisco. It's been a really pleasure having you in our show. ਤੇ ਅਸੀਂ next week ਫਿਰ ਅਸੀਂ ਮਿਲਾਂਗੇ। ਅਸੀਂ will come back with another new guest, and until then, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।